ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ। ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਬਣਾਈ ਹੋਈ ਇਸ ਰਚਨਾ ਦੇ ਅੰਦਰ ਕਈ ਕੋਟ ਖਾਣੀ ਅਰ ਖੰਡ। ਖਾਣੀ ਦਾ ਮਤਲਬ ਹੈ ਉਹ ਤਰੀਕਾ ਜਿਸ ਤਰੀਕੇ ਦੇ ਨਾਲ ਇਹ ਜਗਤ ਅੱਗੇ ਵੱਧਦਾ ਹੈ। ਅਸਲ ਦੇ ਵਿੱਚ 4 ਤਰੀਕਿਆਂ ਦੇ ਨਾਲ ਜਗਤ ਜੀਵਾਂ ਦੀ ਉਤਪਤੀ ਹੁੰਦੀ ਹੈ। ਉਹ 4 ਕਿਹੜੇ ਤਰੀਕੇ ਨੇ? ਅੰਡਜ, ਜੇਰਜ, ਸੇਤਜ ਤੇ ਉਤਭੁਜ। ਇਹਨਾਂ 4 ਤਰੀਕਿਆਂ ਦੇ ਨਾਲ ਸੰਸਾਰ ਦੀ ਅੱਗੇ ਜਿਹੜੀ ਬਣਤਰ ਚੱਲਦੀ ਹੈ। ਅੰਡਜ ਦਾ ਮਤਲਬ ਹੈ ਜੋ ਜੀਵ ਅੰਡੇ ਤੋਂ ਪੈਦਾ ਹੁੰਦੇ ਨੇ। ਜੇਰਜ ਦਾ ਮਤਲਬ ਹੈ ਜੋ ਜੀਵ ਜਿਸ ਤਰ੍ਹਾਂ ਇਨਸਾਨ, ਮਨੁੱਖ ਜਾਂ ਕੋਈ ਜੋ ਜੇਰਜ ਤੋਂ ਪੈਦਾ ਹੁੰਦੇ ਨੇ। ਤੀਸਰੇ ਨੰਬਰ ਤੇ ਆਉਂਦਾ ਉਤਭੁਜ। ਸੇਤਜ, ਸੇਤਜ ਦਾ ਮਤਲਬ ਹੈ ਜੋ ਜੀਵ ਨਾ ਅੰਡਜ ਤੋਂ ਪੈਦਾ ਹੁੰਦੇ ਨੇ ਨਾ ਜੇਰਜ ਤੋਂ ਹੁੰਦੇ ਨੇ, ਉਹਨਾਂ ਦੀ ਉਤਪਤੀ ਆਪਣੇ ਆਪ ਤੋਂ ਹੁੰਦੀ ਹੈ। ਜਿਵੇਂ ਕਿ ਪਸੀਨੇ ਤੋਂ ਕਈ ਵਾਰੀ ਕੀਟਾਣੂ ਜੀਵਾਣੂ ਕਿੰਨੇ ਪੈਦਾ ਹੁੰਦੇ ਨੇ। ਜਿੱਥੇ ਸਿੱਲ ਹੋਵੇ, ਜਿੱਥੇ ਪਾਣੀ ਹੋਵੇ, ਪਾਣੀ ਦੇ ਵਿੱਚੋਂ ਬਿਨਾਂ ਕਿਸੇ ਤਰੀਕੇ ਇਹਨਾਂ ਜੀਵਾਂ ਦੀ ਉਤਪਤੀ ਹੁੰਦੀ ਹੈ। ਤੇ ਚੌਥਾ ਤਰੀਕਾ ਹੈ ਉਤਭੁਜ। ਜਿਵੇਂ ਕਿ ਪੇੜ ਪੌਦੇ ਨੇ, ਇਹ ਜ਼ਮੀਨ ਦੇ ਉੱਪਰ ਸਿੱਧਾ ਉੱਗਦੇ ਨੇ, ਇਹਨਾਂ ਨੂੰ ਉਤਭੁਜ। ਇਹ 4 ਤਰੀਕੇ ਨੇ, ਇਹਨਾਂ ਨੂੰ ਖਾਣੀ ਕਿਹਾ ਜਾਂਦਾ ਹੈ। ਕਹਿਣ ਲੱਗੇ ਕਿ ਤੇ ਅਗਲਾ ਬਚਨ ਹੈ ਅਰ ਖੰਡ। ਖੰਡ ਦਾ ਮਤਲਬ ਹੈ 9 ਗ੍ਰਹਿ। ਕਹਿਣ ਲੱਗੇ ਕਿ ਧਰਤੀ ਦੇ 9 ਗ੍ਰਹਿ, 9 ਖੰਡ ਤੇ 4 ਖਾਣੀਆਂ ਦੇ ਰਾਹੀਂ ਕਰੋੜਾਂ ਹੀ ਜੀਵਾਂ ਦੀ ਉਤਪਤੀ ਹੋ ਰਹੀ ਹੈ। ਨਵੇਂ ਜੀਵ ਪੈਦਾ ਹੋ ਰਹੇ ਨੇ, ਪੁਰਾਣੇ ਜੀਵ ਇਹ ਸੰਸਾਰ ਤੋਂ ਵਾਪਸ ਜਾ ਰਹੇ ਨੇ, ਆਪਣੀਆਂ ਜੂਨਾਂ ਭੋਗ ਭੋਗ ਕੇ ਉਹ ਜਾ ਰਹੇ ਨੇ ਤੇ ਨਵੇਂ ਆ ਰਹੇ ਨੇ। ਇਸ ਤਰੀਕੇ ਦੇ ਨਾਲ ਸੰਸਾਰ, ਇਹ ਜਗਤ ਅੱਗੇ ਵੱਧਦਾ ਜਾ ਰਿਹਾ। ਤੇ ਇੱਥੇ ਹੀ ਬਸ ਨਹੀਂ, ਅੱਗੇ ਸਤਿਗੁਰੂ ਜੀ ਕਹਿਣ ਲੱਗੇ ਕਈ ਕੋਟ ਆਕਾਸ ਬ੍ਰਹਿਮੰਡ। ਆਕਾਸ਼ ਦੇ ਉੱਪਰ ਤੇ ਧਰਤੀ ਤੋਂ ਬਾਹਰ ਬ੍ਰਹਿਮੰਡਾਂ ਦੇ ਵਿੱਚ ਵੀ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵੀ ਅਣਗਿਣਤ ਜੀਵ ਵਸਦੇ ਨੇ, ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਮੰਨ ਲਓ ਕਿ ਸਾਇੰਸ ਦੀ ਭਾਸ਼ਾ ਵਿੱਚ ਉਹਨਾਂ ਨੂੰ ਏਲੀਅਨ ਵੀ ਕਹਿ ਦਿੰਦੇ ਨੇ, ਪਾਰਗ੍ਰਹੀ ਵੀ ਕਹਿ ਦਿੰਦੇ ਨੇ, ਜਿਹੜੇ ਹੋਰਾਂ ਗ੍ਰਹਿਾਂ ਤੇ ਰਹਿੰਦੇ ਨੇ। ਜ਼ਰੂਰੀ ਨਹੀਂ ਕਿ ਇਸ ਧਰਤੀ ਦੇ ਉੱਪਰ ਹੀ ਜੀਵ ਰਹਿ ਰਹੇ ਨੇ, ਆਪਣੀ ਪ੍ਰਥਵੀ ਅਰਥ ਦੇ ਉੱਪਰ ਹੀ ਰਹਿ ਰਹੇ ਨੇ। ਇਸ ਤੋਂ ਇਲਾਵਾ ਵੀ ਬ੍ਰਹਿਮੰਡਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ, ਬਹੁਤ ਸਾਰੇ ਅਣਗਿਣਤ ਗ੍ਰਹਿ ਹੋਣਗੇ ਜਿਨ੍ਹਾਂ ਦੇ ਉੱਪਰ ਅਣਗਿਣਤ ਜੀਵ ਵਾਸਾ ਕਰਦੇ ਨੇ। ਇਹ ਪ੍ਰਮਾਤਮਾ ਦੀ ਰਚਨਾ ਬਹੁਤ ਵਿਸ਼ਾਲ ਹੈ, ਸਾਡੀ ਪਹੁੰਚ ਉੱਥੇ ਤੱਕ ਨਹੀਂ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਅਵਤਾਰ ਦਾ ਮਤਲਬ ਹੈ ਪੈਦਾ ਹੋਣਾ, ਜੀਵ ਨੇ ਆਪਣਾ ਸਰੀਰ ਧਾਰਨ ਕਰਨਾ। ਕਰੋੜਾਂ ਜੀਵ ਪ੍ਰਾਣੀ ਕਹਿਣ ਲੱਗੇ ਕਿ ਜਗਤ ਦੇ ਉੱਪਰ ਨਿਤ ਅਵਤਾਰ ਧਾਰ ਰਹੇ ਨੇ, ਭਾਵ ਜਨਮ ਲੈ ਰਹੇ ਨੇ। ਕੋਈ ਗਿਣਤੀ ਨਹੀਂ, ਅਣਗਿਣਤ ਜੀਵ। ਅਤੇ ਅਗਲਾ ਬਚਨ ਕਹਿਣ ਲੱਗੇ ਕਈ ਜੁਗਤ ਕੀਨੋ ਵਿਸਥਾਰ। ਕਈ ਜੁਗਤ ਦਾ ਮਤਲਬ ਹੈ ਕਈ ਤਰੀਕਿਆਂ ਦੇ ਨਾਲ ਪ੍ਰਭੂ ਦੇ ਨੇ ਇਸ ਜਗਤ ਦੀ ਰਚਨਾ ਕੀਤੀ ਹੈ। ਵਿਸਥਾਰ ਦਾ ਮਤਲਬ ਹੈ ਕਿ ਖਿਲਾਰ ਕਰਨਾ, ਵਿਸਤਾਰ ਕਰਨਾ। ਇਸ ਜਗਤ ਦੀ ਬੜੇ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੇ ਵਿਸਤਾਰ ਰਚਨਾ ਰਚੀ ਹੈ। ਅਗਲਾ ਬਚਨ ਕਹਿਣ ਲੱਗੇ ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਇਹ ਇੱਕ ਵਾਰ ਨਹੀਂ, ਅਸਲ ਦੇ ਵਿੱਚ ਹਰ ਇੱਕ ਚੀਜ਼ ਦੀ ਇੱਕ ਮਨਿਆਦ ਹੈ ਨਾ। ਜਿਵੇਂ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰਿ ਗੁਣ ਗਾਇ ਲੈ ਛਾੜ ਸਗਲ ਜੰਜਾਲ। ਜੋ ਚੀਜ਼ ਉਪਜੀ ਹੈ ਉਸਨੇ ਬਿਨਸਣਾ, ਖਤਮ ਜ਼ਰੂਰ ਹੋਣਾ ਹੈ। ਆਦ ਤੇ ਅੰਤ, ਇਹ 2 ਚੀਜ਼ਾਂ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖਿਲੇ ਬਿਕਸੇ ਅੰਤਰਜਾਮੀ। ਆਦ ਤੇ ਅੰਤ, ਇਹ ਦੋਵੇਂ ਸਿਰੇ ਉਸ ਮਾਲਕ ਦੇ ਹੱਥ ਵਿੱਚ ਨੇ। ਤੇ ਚੇਤੇ ਰੱਖਣਾ ਇੱਥੇ ਜਿਹੜਾ ਬਚਨ ਆਇਆ ਕਈ ਬਾਰ ਪਸਰਿਓ ਪਾਸਾਰ,
ਇਹ ਸਾਰੀ ਧਰਤੀ ਦੀ ਬਾਬਤ ਹੈ। ਇਹ ਧਰਤੀ ਵੀ ਪਤਾ ਨਹੀਂ ਕਿੰਨੀ ਵਾਰੀ ਖੰਡਿਤ ਹੋਈ, ਖਤਮ ਹੋਈ ਤੇ ਕਿੰਨੀ ਵਾਰੀ ਦੁਬਾਰਾ ਬਣੀ। ਜਿਸ ਧਰਤੀ, ਜਿਸ ਪਲੈਨਟ ਤੇ ਅਸੀਂ ਰਹਿ ਰਹੇ ਹਾਂ, ਇਹ ਪਲੈਨਟ ਵੀ ਪਤਾ ਨਹੀਂ ਕਿੰਨੀ ਵਾਰ ਖਤਮ ਹੋਇਆ ਤੇ ਕਿੰਨੀ ਵਾਰ ਦੁਬਾਰਾ ਫਿਰ ਇਸ ਦਾ ਪੁਨਰ ਗਠਨ ਹੋ ਕੇ ਦੁਬਾਰਾ ਵਸਦਾ ਹੋਇਆ। ਕਈ ਵਾਰ ਪਸਰਿਓ ਪਾਸਾਰ, ਇੱਕ ਅੱਧੀ ਵਾਰ ਨਹੀਂ। ਇਸ ਜਗਤ ਦੀ ਰਚਨਾ ਕੋਈ ਪਤਾ ਨਹੀਂ ਕਿੰਨੀ ਵਾਰੀ ਇਹ ਜਗਤ ਬਣ ਗਿਆ, ਕਿੰਨੀ ਵਾਰੀ ਮਿਟ ਗਿਆ, ਕਿੰਨੀ ਵਾਰੀ ਦੁਬਾਰਾ ਫਿਰ ਬਣ ਗਿਆ। ਸਦਾ ਸਦਾ ਇੱਕ ਏਕੰਕਾਰ, ਮੁੜ ਕੇ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਹੋ ਜਾਂਦਾ ਹੈ। ਏਕੰਕਾਰ ਦਾ ਮਤਲਬ ਹੈ ਇੱਕ ਓੰਕਾਰ, ਉਹ ਪਰਮਾਤਮਾ ਦੁਬਾਰਾ ਫਿਰ ਤੋਂ ਇਸ ਨੂੰ ਸਮੇਟ ਕੇ ਇੱਕ ਕਰ ਦਿੰਦਾ ਹੈ। ਅਗਲਾ ਬਚਨ ਕਹਿਣ ਲੱਗੇ, ਕਈ ਕੋਟ ਕੀਨੇ ਬਹੁ ਪਾਤ, ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ। ਅਸਲ ਦੇ ਵਿੱਚ ਨਾ ਜਪਜੀ ਸਾਹਿਬ ਦੀ ਜ਼ਿਆਦਾ ਬਾਣੀ ਮਨੁੱਖ ਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੀ ਹੈ। ਤੇ ਆ ਜਿਹੜੀ 10ਵੀਂ ਅਸ਼ਟਪਦੀ ਆਪਾਂ ਜਾਪ ਕਰ ਰਹੇ ਨਾ ਸੁਖਮਨੀ ਸਾਹਿਬ ਦਾ, ਅਸਲ ਦੇ ਵਿੱਚ ਇਹ ਸਾਰੀ ਅਸ਼ਟਪਦੀ ਮਨੁੱਖ ਨੂੰ ਕੁਦਰਤ ਦੇ ਬਹੁਤ ਨੇੜੇ ਲੈ ਕੇ ਜਾਂਦੀ, ਉਹਨੂੰ ਦਿਖਾਉਂਦੀ ਹੈ ਵੀ ਤੂੰ ਆਪਣੀ ਇਤਨੀ ਕੁ ਤਾਕਤ ਦਾ ਗੁਮਾਨ ਕਰਦਾ, ਦੇਖ ਉਸ ਪਰਮਾਤਮਾ ਦੀ ਤਾਕਤ ਦਾ ਤੇ ਅੰਤ ਹੀ ਕੋਈ ਨਹੀਂ। ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਸਾਡੀ ਤਾਕਤ ਬਹੁਤ ਹੈ, ਅਸੀਂ ਆਪਦੇ ਹਿਸਾਬ ਨਾਲ ਚੱਲਣਾ ਹੈ, ਅਸੀਂ ਸੰਸਾਰ ਨੂੰ, ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪਿੰਡ ਨੂੰ, ਸ਼ਹਿਰ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਹੈ। ਪਰ ਚੇਤੇ ਰੱਖਣਾ, ਚਲਾਉਣ ਵਾਲਾ ਕੋਈ ਹੋਰ ਮਾਲਕ ਹੈ। ਉਹਦੀ ਤਾਕਤ, ਉਸ ਦੀ ਸ਼ਕਤੀ ਦੇ ਅੱਗੇ ਸਾਡੀ ਸ਼ਕਤੀ, ਸਾਡੀ ਤਾਕਤ ਤਾਂ ਕੁਝ ਵੀ ਨਹੀਂ। ਇਹ ਅਸਲ ਦੇ ਵਿੱਚ 10ਵੀਂ ਅਸ਼ਟਪਦੀ ਸਾਰੀ ਉਸ ਪਰਮਾਤਮਾ ਦੇ ਖਿਲਾਰ, ਉਸ ਪਰਮਾਤਮਾ ਦੀ ਸ਼ਕਤੀ, ਉਸ ਦੇ ਫੈਲਾ, ਉਸ ਬਾਰੇ ਬਿਆਨ ਕਰਦੀ ਹੈ। ਸਦਾ ਸਦਾ ਇੱਕ ਏਕੰਕਾਰ, ਹਮੇਸ਼ਾ ਪਰਮਾਤਮਾ ਨੇ ਕੀ ਕੀਤਾ, ਆਪਣੇ ਜਗਤ ਨੂੰ ਜੋ ਖਿਲਾਰ ਕੇ ਇਸ ਨੂੰ ਖੰਡਿਤ ਕਰਕੇ ਦੁਬਾਰਾ ਫਿਰ ਤੋਂ ਪੁਨਰ ਗਠਿਤ ਬਹੁਤ ਵਾਰੀ ਕੀਤਾ। ਤੇ ਅਗਲਾ ਬਚਨ ਕਹਿਣ ਲੱਗੇ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ। ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਨੇ। ਕਈ ਕੋਟ ਕੀਨੇ ਬਹੁ ਭਾਤ, ਭਾਤ ਦਾ ਮਤਲਬ ਹੈ ਕਈ ਪ੍ਰਕਾਰ ਦੇ, ਕਈ ਤਰੀਕਿਆਂ ਦੇ। ਉਸ ਪਰਮਾਤਮਾ ਨੇ ਆਪਣੇ ਜਗਤ ਦੇ ਅੰਦਰ ਅਣਗਿਣਤ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ। ਹਰ ਇੱਕ ਜੀਵ ਦੀ ਉਸ ਪਰਮਾਤਮਾ ਨੇ ਆਪ ਸੰਭਾਲ ਕੀਤੀ। ਅਗਲਾ ਬਚਨ ਕਹਿਣ ਲੱਗੇ, ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ। ਪ੍ਰਭੂ ਤੋਂ ਪੈਦਾ ਹੋ ਕੇ ਫਿਰ ਤੋਂ ਪ੍ਰਭੂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇਹ ਵੀ ਉਸ ਪਰਮਾਤਮਾ ਦੀ ਰਚਨਾ ਦਾ ਇੱਕ ਹਿੱਸਾ ਹੈ। ਪ੍ਰਭ ਤੇ ਹੋਏ, ਪਰਮਾਤਮਾ ਨੇ ਹੀ ਪੈਦਾ ਕੀਤੇ, ਪਰਮਾਤਮਾ ਤੋਂ ਹੀ ਪੈਦਾ ਹੋਏ। ਪ੍ਰਭ ਮਹੇ ਸਮਾਤ, ਤੇ ਪਰਮਾਤਮਾ ਦੇ ਵਿੱਚ ਹੀ ਦੁਬਾਰਾ ਫਿਰ ਜਾ ਕੇ ਲੀਨ ਹੋ ਗਏ। ਜਨਮ ਤੇ ਮਰਨ, ਇਹ ਦੋ ਚੀਜ਼ਾਂ ਸਜੀਵ ਤੇ ਨਿਰਜੀਵ ਹਰ ਇੱਕ ਦੇ ਹਿੱਸੇ ਆਈਆਂ ਨੇ। ਚੇਤੇ ਰੱਖਣਾ, ਪੱਥਰ ਦੀ ਵੀ ਇੱਕ ਉਮਰ ਹੁੰਦੀ ਹੈ, ਜਿਸ ਨੂੰ ਆਪਾਂ ਕਹਿੰਦੇ ਨੇ ਤਾਂ ਨਿਰਜੀਵ ਹੈ। ਉਹਦੀ ਵੀ ਇੱਕ ਮਨਿਆਦਾ। ਆਪਾਂ ਘਰ ਬਣਾਉਣੇ ਆ, ਕਿੰਨਾ ਪੱਕਾ ਮਟੀਰੀਅਲ ਲਾ ਕੇ ਇਸ ਘਰ ਦੀ ਆਪਾਂ ਜੋ ਸੁਰੱਖਿਆ ਕਰਦੇ ਆ, ਇਸ ਨੂੰ ਕਹਿੰਦੇ ਆ ਕਿ ਪੱਕੇ ਤੋਂ ਪੱਕਾ, ਇਹਦੇ ਵਿੱਚ ਵਧੀਆ ਇੱਟਾਂ ਲਾਈਏ, ਇਹਦੇ ਵਿੱਚ ਵਧੀਆ ਮਸਾਲਾ ਸੀਮਟ ਪਾਈਏ। ਪਰ ਚੇਤੇ ਰੱਖਣਾ, ਟਾਈਮ ਪੈ ਕੇ ਇੱਟਾਂ ਵੀ ਭੁਰ ਜਾਂਦੀਆਂ ਨੇ, ਮਸਾਲਾ ਸੀਮਟ ਵੀ ਕਿਰ ਜਾਂਦਾ ਰੇਤੇ ਦੀ ਤਰ੍ਹਾਂ, ਤੇ ਵਿੱਚ ਪਾਇਆ ਸਰੀਆ ਵੀ ਜੰਗਾਲ ਲੱਗ ਕੇ ਉਹ ਵੀ ਖਤਮ ਹੋ ਜਾਂਦਾ, ਨਾਮ ਨਿਸ਼ਾਨ ਮਿਟ ਜਾਂਦਾ। ਹਰ ਇੱਕ ਚੀਜ਼ ਦੀ ਇੱਕ ਉਮਰ ਹੈ ਨਾ। ਜ਼ਰੂਰੀ ਨਹੀਂ ਕਿ ਇਨਸਾਨ ਜੀਵ ਦੀ ਉਮਰ ਹੋਵੇ। ਅੱਜ ਜਿਉਂਦੇ ਲੋਕਾਂ ਦੀ, ਸਜੀਵ ਤੇ ਨਿਰਜੀਵ, ਹਰ ਇੱਕ ਆਪਣੀ ਜੂਨ, ਕਹਿੰਦੇ ਕਿ ਪੱਥਰ ਵੀ ਜੂਨ ਭੋਗਦਾ, ਉਹਦੀ ਵੀ ਇੱਕ ਜੂਨ ਹੈ। ਹਰ ਇੱਕ ਚੀਜ਼ ਆਪਣੀ ਉਮਰ ਭੋਗ ਕੇ ਸੰਸਾਰ ਤੋਂ ਕਹਿੰਦੇ ਵਿਦਾ ਲੈਂਦਾ ਹੈ। ਅਗਲਾ ਬਚਨ ਕਹਿਣ ਲੱਗੇ, ਜੋ ਅਖੀਰਲਾ ਬਚਨ ਇਸ ਪਦੇ ਦਾ, ਤਾ ਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਤਾ ਕਾ ਅੰਤ, ਉਸ ਪਰਮਾਤਮਾ ਦੀ ਸ਼ਕਤੀ ਦਾ ਅੰਤ ਨਾ ਜਾਣੈ ਕੋਈ, ਕੋਈ ਬੰਦਾ ਸਮਝ ਨਹੀਂ ਸਕਦਾ। ਜੇ ਕੋ ਆਖੈ ਬੋਲ ਵਿਗਾੜ,
ਤਾਂ ਲਿਖੀਐ ਸਿਰ ਗਵਾਰਾ ਗਵਾਰ। ਕਹਿਣ ਲੱਗੇ ਜੇ ਕੋਈ ਆਖੇ ਨਾ ਵੀ ਮੈਂ ਦੱਸਦਾ ਵੀ ਰੱਬ ਦੀ ਤਾਕਤ ਕਿਤਨੀ ਕੁ ਵੱਡੀ ਹੈ, ਕਿੰਨੀ ਕੁ ਸ਼ਕਤੀ ਦਾ ਮਾਲਕ ਹੈ ਰੱਬ, ਬੋਲ ਵਿਗਾੜ, ਕਹਿੰਦੇ ਉਹ ਤੇ ਇੱਕ ਬੋਲ ਵਿਗਾੜਨ ਵਾਲੀ ਗੱਲ ਹੈ। ਤੇ ਜੇ ਕੋਈ ਲਿਖ ਵੀ ਦੇਵੇ ਉਸ ਮਨੁੱਖ ਨੂੰ ਲਿਖੀਐ ਸਿਰ ਗਵਾਰਾ ਗਵਾਰ, ਮੂਰਖਾਂ ਦਾ ਵੀ ਮਹਾਮੂਰਖ, ਸਿਰੇ ਦਾ ਮੂਰਖ ਮੰਨਿਆ ਜਾਵੇ ਜਿਹੜਾ ਮਨੁੱਖ ਇਹ ਗੱਲ ਕਹਿੰਦੇ ਕਿ ਮੈਂ ਰੱਬ ਦੀ ਸ਼ਕਤੀ ਦਾ ਬਿਆਨ ਕਰ ਸਕਦਾ ਜਾਂ ਮੈਂ ਦੱਸ ਸਕਦਾ ਵੀ ਉਹਦੀ ਕਿੰਨੀ ਕੁ ਵੱਡੀ ਸ਼ਕਤੀ ਦਾ ਮਾਲਕ ਹੈ ਉਹ। ਤਾ ਕਾ ਅੰਤ ਨ ਜਾਣੇ ਕੋਈ, ਉਸ ਪਰਮਾਤਮਾ ਦਾ ਅੰਤ ਕੋਈ ਜਾਣ ਨਹੀਂ ਸਕਦਾ, ਕੋਈ ਬੰਦਾ ਬੁੱਝ ਨਹੀਂ ਸਕਦਾ। ਸਾਡੀ ਬੁੱਧੀ ਦਾ ਦਾਇਰਾ ਇੱਥੋਂ ਤੱਕ ਕਹਿ ਦਿੱਤਾ ਕਿ ਅਸੰਖ ਕਹਿ ਸਿਰ ਭਾਰ ਹੋਏ। ਅਸੀਂ ਅਸੰਖ ਸ਼ਬਦ ਵਰਤਦੇ ਹਾਂ ਨਾ, ਵੀ ਅਸੰਖ ਜੀਵ ਨੇ, ਅਣਗਿਣਤ ਜੀਵ ਨੇ, ਅਣਗਿਣਤ ਪਲੈਨਟ ਨੇ। ਕਹਿਣ ਲੱਗੇ ਅਸੰਖ ਕਹਿ ਸਿਰ ਭਾਰ ਹੋਏ। ਅਣਗਿਣਤ ਸ਼ਬਦ ਕਹਿਣਾ ਵੀ ਮਾੜਾ ਹੈ। ਕਿਉਂ? ਕਿਉਂਕਿ ਅਣਗਿਣਤ ਸ਼ਬਦ ਵੀ ਬਹੁਤ ਛੋਟਾ ਹੈ। ਇਹ ਵੀ ਭਾਰ ਚੜ੍ਹਦੇ ਜਦੋਂ ਆਪਾਂ ਅਣਗਿਣਤ ਕਹਿੰਦੇ ਆ ਵੀ ਮਾਲਕ ਨੇ ਰਚਨਾ ਅਣਗਿਣਤ ਹੀ ਰਚ ਦਿੱਤੀ। ਕਿਉਂ? ਕਿਉਂਕਿ ਇਨਸਾਨ ਦੀ ਬੁੱਧੀ ਦਾ ਦਾਇਰਾ ਬੜਾ ਛੋਟਾ ਹੈ, ਉਸ ਪਰਮਾਤਮਾ ਦੀ ਸ਼ਕਤੀ ਦਾ ਦਾਇਰਾ ਅੰਦਾਜ਼ਾ ਬਹੁਤ ਵੱਡਾ ਹੈ। ਉਹ ਸਾਡੇ ਸ਼ਬਦਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਐਸੇ ਹਜੇ ਤੱਕ ਆਪਾਂ ਉਹ ਸ਼ਬਦ ਨਹੀਂ ਬਣਾਏ ਜਿਨ੍ਹਾਂ ਸ਼ਬਦਾਂ ਦੇ ਨਾਲ ਪਰਮਾਤਮਾ ਦੀ ਸ਼ਕਤੀ ਦਾ ਕੋਈ ਅੰਦਾਜ਼ਾ ਲੱਗ ਸਕੇ, ਉਹਦਾ ਬਿਆਨ ਹੋ ਸਕੇ। ਤਾ ਕਾ ਅੰਤ ਨ ਜਾਣੇ ਕੋਈ, ਉਸ ਪਰਮਾਤਮਾ ਦਾ ਅੰਤ ਕੋਈ ਨਹੀਂ ਜੇ ਪਾ ਸਕਦਾ। ਅਖੀਰ ਵਿੱਚ ਕਹਿਣ ਲੱਗੇ ਆਪੇ ਆਪ ਨਾਨਕ ਪ੍ਰਭ ਸੋਏ। ਕਿਉਂਕਿ ਕਹਿਣ ਲੱਗੇ ਕਿ ਉਹ ਪਰਮਾਤਮਾ, ਉਸ ਪ੍ਰਭੂ ਆਪਣੇ ਵਰਗਾ ਆਪ ਹੀ ਹੈ, ਜਿਹਨੂੰ ਕਹਿੰਦੇ ਨੇ ਅਜੂਨੀ ਸਹਿ ਭੰਗ। ਸਹਿ ਭੰਗ ਗੁਰ ਪ੍ਰਸਾਦ ਮੂਲ ਮੰਤਰ 'ਚ ਪੜ੍ਹਦੇ ਆ ਨਾ। ਅਜੂਨੀ ਦਾ ਮਤਲਬ ਤੇ ਹੈ ਕਿ ਕਿਸੇ ਜੂਨ ਵਿੱਚ ਨਹੀਂ, ਤੇ ਸਹਿ ਭੰਗ ਦਾ ਮਤਲਬ ਹੈ ਸਵੈਮ। ਹਿੰਦੀ ਦਾ ਸ਼ਬਦ, ਸੰਸਕ੍ਰਿਤ ਦਾ ਸ਼ਬਦ ਆਉਂਦੇ ਨਾ ਸਵੈਮ, ਆਪਣੇ ਆਪ ਤੋਂ। ਸਹਿ ਭੰਗ ਸ਼ਬਦ ਅਸਲ 'ਚ ਸਵੈਮ ਤੋਂ ਆਇਆ ਹੈ। ਇਹਦਾ ਮਤਲਬ ਹੈ ਕਿ ਉਹ ਆਪਣੇ ਆਪ ਵਰਗਾ ਆਪ ਹੀ ਹੈ, ਉਹਦੇ ਵਰਗਾ ਹੋਰ ਦੂਸਰਾ ਕੋਈ ਨਹੀਂ। ਉਹਦਾ ਅੰਤ ਪਾਉਣਾ, ਉਹਦੀ ਸ਼ਕਤੀ ਦਾ ਅੰਤ ਪਾਉਣਾ ਸਾਡੇ ਜੀਵਾਂ ਦੇ ਵੱਸ ਦੀ ਗੱਲ ਨਹੀਂ।